ਸੰਗਰੂਰ ਆਪਣੇ ਆਪ 'ਚ ਇਤਿਹਾਸਕ ਦਾ ਚਿੰਨ੍ਹ ਹੈ। ਇਸੇ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਜਨਮ ਹੋਇਆ। ਅੱਜ ਵੀ ਪੁਰਾਤਨ ਇਮਾਰਤਾਂ ਇਸ ਇਲਾਕੇ ਦੀ ਸ਼ਾਨੋ ਸ਼ੌਕਤ ਦੀ ਗਵਾਹੀ ਭਰਦੀਆਂ ਨੇ, ਜੋ ਸਮੇਂ ਅਨੁਸਾਰ ਪਛੜੇਪਣ ਦਾ ਸ਼ਿਕਾਰ ਹੁੰਦਾ ਗਿਆ। ਇਤਿਹਾਸ ਦੱਸਦਾ ਹੈ ਕਿ ਮਹਾਭਾਰਤ ਦੀ ਲੜਾਈ ਦੌਰਾਨ ਇਲਾਕੇ ਦੇ ਇੱਕ ਯੋਧਾ ਸੰਘਰ ਲੜਨ ਲਈ ਗਿਆ ਸੀ, ਜਿਸ ਦੇ ਨਾਮ ਤੇ ਸੰਗਰੂਰ ਸਨ 1526 ਚ ਆਪਣੀ ਹੋਂਦ ਵਿੱਚ ਆਇਆ। ਅੱਜ ਇੱਕ ਅਨੁਮਾਨ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਦੇ ਕੁੱਲ ਵੋਟਰ 14,02,307 ਹਨ। ਗੱਲ ਕਰੀਏ ਲੋਕ ਸਭਾ ਚੋਣਾਂ 2014 ਦੀ, ਅੱਜ ਜਿਨ੍ਹਾਂ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਗੋਦ ਚ ਆਉਂਦੇ ਪੌਣੇ 700 ਦੇ ਕਰੀਬ ਪਿੰਡਾਂ, 16 ਕਸਬਿਆਂ ਅਤੇ 9 ਸ਼ਹਿਰਾਂ ਦੇ ਵਿਕਾਸਮਈ ਭਵਿੱਖ ਲਈ ਮਿਹਨਤੀ ਅਤੇ ਰਾਜਨੀਤਿਕ ਤੌਰ ਤੇ ਤਾਕਤਵਰ ਨੌਜਵਾਨ ਦੀ ਚੋਣ ਕਰਨੀ ਹੈ। ਅਸੀਂ ਗੱਲ ਕਰਦੇ ਹਾਂ ਪਿਛਲੀ ਵਾਰੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਤੇ ਰਾਹੁਲ ਗਾਂਧੀ ਦੇ ਨੇੜਲੇ ਸਾਥੀ, ਉੱਚੀ ਅਤੇ ਸੁੱਚੀ ਸੋਚ ਦੇ ਮਾਲਕ ਸ਼੍ਰੀ ਵਿਜੇ ਇੰਦਰ ਸਿੰਗਲਾ ਦੀ, ਜਿਨ੍ਹਾਂ ਨੇ ਲੋਕ ਸਭਾ ਹਲਕੇ ਦੇ ਹਰ ਨਾਗਰਿਕ ਨੂੰ ਪਹਿਲੀ ਵਾਰ ਅਹਿਸਾਸ ਕਰਵਾਇਆ ਕਿ ਇੱਕ ਐਮਪੀ ਦੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਕੀ ਫਰਜ਼ ਹੁੰਦੇ ਹਨ। ਕੀ ਹਾਲਾਤ ਸੀ, ਕਿਸ ਤਰ੍ਹਾਂ ਸੰਗਰੂਰ ਲੋਕ ਸਭਾ ਹਲਕੇ ਦੀ ਪਹਿਚਾਣ ਸੀ? 2009 ਚ ਜਦੋਂ ਮੈਨੂੰ ਚੋਣ ਲੜਨ ਦਾ ਮੌਕਾ ਮਿਲਿਆ, ਲੋਕਾਂ ਨੇ ਪਿਆਰ ਤੇ ਆਸ਼ੀਰਵਾਦ ਦਿੱਤਾ। ਉਸ ਵੇਲੇ ਪਹਿਲੇ ਦਿਨ ਤੋਂ ਹੀ ਇਸ ਇਲਾਕੇ ਦੇ ਵਿੱਚ ਜੋ ਹਸਪਤਾਲ ਦੀ ਲੋੜ ਸੀ, ਜੋ ਪਛੜੇਪਨ ਦੀ ਗੱਲ ਸੀ, ਇਸ ਇਲਾਕੇ ਨੂੰ ਕੋਈ ਜਾਣਦਾ ਨਹੀਂ ਸੀ, ਉਸ ਦੇ ਉੱਪਰ ਮੈਂ ਸਭ ਤੋਂ ਪਹਿਲਾਂ ਟੀਚਾ ਬਣ ਕੇ ਪੈਰਵਾਈ ਕੀਤੀ। ਔਰ ਮੈਂ ਇਹ ਸਮਝਦਾ ਕਿ ਪਿਛਲੇ 5 ਸਾਲਾਂ 'ਚ ਲਗਾਤਾਰ ਇਸ ਇਲਾਕੇ ਦੀ ਨੁਹਾਰ ਬਦਲਣ ਵਾਸਤੇ, ਇਸ ਇਲਾਕੇ ਨੂੰ ਬੈਟਰ ਕਨੈਕਟ ਕਰਨ ਵਾਸਤੇ, ਲੋਕਾਂ ਨੂੰ ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਨਾਲ ਜੋੜਨ ਵਾਸਤੇ ਹਰ ਉਪਰਾਲਾ ਕੀਤਾ। ਕੇਂਦਰ ਸਰਕਾਰ ਦੇ ਕੋਲ ਜਾ ਕੇ ਕੱਲੇ ਅਦਾਰੇ ਵਿੱਚ ਜਾ ਕੇ ਇਸ ਇਲਾਕੇ ਦੀ ਤਰੱਕੀ ਵਾਸਤੇ ਲੜਾਈ ਲੜੀ। ਇਹ ਸੜਕ ਬਣਵਾਈ ਹੈ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਇਹ ਸੜਕ ਬਣੀ ਹੈ, ਤੁਸੀਂ ਕੀ ਮਹਿਸੂਸ ਕਰਦੇ ਸਰਦਾਰ ਜੀ? ਉਹ ਬਾਈ ਜੀ ਨਜ਼ਾਰਾ ਲਿਆਤਾ ਇਹ ਤਾਂ ਨਾ ਚੰਡੀਗੜ੍ਹ ਸਵਰਗ ਕਰਤਾ ਸਿੰਗਲਾ ਸਾਹਿਬ ਨੇ। ਤਾਂ ਸਾਡੇ ਦਾ ਐਮਪੀ ਹੈ, ਇਹਨਾਂ ਨਜ਼ਾਰਾ ਦੇ ਰੱਖਿਆ ਵੀ ਜਿਹੜੇ ਜ਼ਮੀਨਾਂ ਦੀ ਕੀਮਤ ਆ ਪ੍ਰਧਾਨ ਮੰਤਰੀ ਯੋਜਨਾ ਵਾਲੀ ਇੱਧਰ ਨੂੰ ਵੀ ਬਸਾਤੀ, ਇੱਧਰ ਨੂੰ ਬਸਾਤੀ, 18 ਫੁੱਟੀਆਂ ਸੜਕਾਂ, ਨਜ਼ਾਰਾ ਹੈ ਸਾਡੇ ਦਾ। ਕੈਂਸਰ ਇੱਕ ਬਹੁਤ ਵੱਡੀ ਬਿਮਾਰੀ ਸਮੁੱਚੇ ਪੰਜਾਬ ਦੇ ਮਾਲਵਾ ਖੇਤਰ ਦੀ ਹੈ, ਔਰ ਉਸ ਬਿਮਾਰੀ ਦਾ ਇਲਾਜ ਵਾਸਤੇ ਲੋਕਾਂ ਨੂੰ ਬੀਕਾਨੇਰ ਜਾਣਾ ਪੈਂਦਾ ਸੀ, ਚੰਡੀਗੜ੍ਹ ਜਾਣਾ ਪੈਂਦਾ ਸੀ, ਦਿੱਲੀ ਜਾਣਾ ਪੈਂਦਾ ਸੀ। ਔਰ ਉਸੇ ਤਰਜੀਹ ਦੇ ਉੱਪਰ ਹੋਰ ਕੋਈ ਹਸਪਤਾਲ ਸਮੁੱਚੇ ਮਾਲਵੇ ਖੇਤਰ ਵਿੱਚ ਨਹੀਂ ਸੀ ਜਿਹਦੇ ਨਾਲ ਲੋਕਾਂ ਦਾ ਸਰਕਾਰੀ ਰੇਟਾਂ ਤੇ ਸਸਤਾ ਇਲਾਜ ਹੋ ਸਕੇ, ਪੀਜੀਆਈ ਦੇ ਡਾਕਟਰਾਂ ਦੇ ਰਾਹੀਂ ਇਲਾਜ ਹੋ ਸਕੇ। ਸੋ ਮੈਂ ਇਹ ਸਮਝਦਾ ਕਿ 4 ਸਾਲ ਤੋਂ ਲਗਾਤਾਰ ਇਸ ਇਲਾਕੇ 'ਚ ਇੱਕ ਵੱਡਾ ਹਸਪਤਾਲ ਮਨਜ਼ੂਰ ਕਰਾਉਣ ਵਾਸਤੇ ਅਸੀਂ ਮਿਹਨਤ ਕੀਤੀ। ਅੱਜ ਭਾਰਤ ਸਰਕਾਰ ਨੇ 449 ਕਰੋੜ ਰੁਪਈਆ 12 ਫਰਵਰੀ ਦੀ ਕੈਬਨਿਟ ਦੀ ਮੀਟਿੰਗ 'ਚ ਮਨਜ਼ੂਰ ਕਰਕੇ ਪੀਜੀਆਈ ਨੂੰ ਦਿੱਤਾ, ਜਿਹਦਾ ਕੰਮ ਪੀਜੀਆਈ ਨੇ ਮੌਕੇ ਦੇ ਉੱਪਰ ਸ਼ੁਰੂ ਕੀਤਾ। ਸੋ ਇਹ ਸਾਡੇ ਇਲਾਕੇ ਵਿੱਚ ਇੱਕ ਬਹੁਤ ਵੱਡੀ ਗੱਲ ਹੋਈ ਹੈ, ਜਿਹਦੇ ਨਾਲ ਸਿਹਤ ਪੱਖੋਂ ਬਹੁਤ ਲੋਕਾਂ ਨੂੰ ਵੱਡੇ ਪੱਧਰ ਤੇ ਫਾਇਦਾ ਹੋਣਾ ਹੈ। ਔਰ ਨਾਲ ਹੀ ਨਾਲ ਮੈਂ ਇਹ ਜ਼ਰੂਰ ਸਮਝਦਾ ਕਿ ਸਿਹਤ ਤੋਂ ਇਲਾਵਾ ਬਹੁਤ ਵੱਡੇ ਪੱਧਰ ਤੇ ਸਾਡੇ ਇਸ ਇਲਾਕੇ ਦੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦੇ ਵੱਡੇ ਸਾਧਨ ਇਸ ਤੋਂ ਹਸਪਤਾਲ ਤੋਂ ਮਿਲਨੇ ਹੈ, ਔਰ ਸਰਬਪੱਖੀ ਵਿਕਾਸ ਸਮੁੱਚੇ ਇਲਾਕੇ ਦਾ ਹੋਣਾ ਹੈ। ਜਿਉਂਦਾ ਰਹੇ ਵਿਜੇ ਇੰਦਰ ਸਿੰਗਲਾ, ਰੱਬ ਉਹਨੂੰ ਤਰੱਕੀਆਂ ਕਰੇ, ਰੱਬ ਉਹਨੂੰ ਤੰਦਰੁਸਤੀ ਦੇਵੇ, ਜਿਹਨੇ ਇਹ ਹਸਪਤਾਲ ਬਣਾਇਆ, ਜਿਹਨੇ ਇਹ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਔਰ ਜਿੱਥੇ ਤੱਕ ਨੌਜਵਾਨ ਬੱਚਿਆਂ ਦੀ ਗੱਲ ਹੈ, ਪੰਜਾਬ 'ਚ ਨਸ਼ਾ ਬਹੁਤ ਵੱਡੇ ਪੱਧਰ ਤੇ ਫੈਲ ਰਿਹਾ ਹੈ। ਅਸੀਂ ਅਗਰ ਆਪਣੀ ਨੌਜਵਾਨ ਪੀੜ੍ਹੀ ਨੂੰ, ਪਨੀਰੀ ਨੂੰ, ਇਸ ਦੇਸ਼ ਦਾ ਜੋ ਭਵਿੱਖ ਹੈ, ਅਗਰ ਉਹਨਾਂ ਨੂੰ ਕਿਸੇ ਸਹੀ ਰਾਹ ਜਾਣਾ ਹੈ ਤਾਂ ਸਾਨੂੰ ਖੇਡਾਂ ਦੇ ਪ੍ਰਬੰਧ ਕਰਨ ਦੀ ਵੱਡੇ ਪੱਧਰ ਤੇ ਲੋੜ ਹੈ, ਔਰ ਰੋਜ਼ਗਾਰ ਦੇ ਪ੍ਰਬੰਧ ਕਰਨ ਦੀ ਲੋੜ ਹੈ। ਔਰ ਜਿੱਥੇ ਤੱਕ ਖੇਡਾਂ ਦੀ ਗੱਲ ਹੈ, ਸੰਗਰੂਰ ਦੇ ਸਟੇਡੀਅਮ ਵਿੱਚ ਭਾਰਤ ਸਰਕਾਰ ਵੱਲੋਂ ਸਿੰਥੈਟਿਕ ਟਰੈਕ ਲਗਾਇਆ ਜਾ ਰਿਹਾ ਹੈ, ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। 7 ਕਰੋੜ ਦੀ ਲਾਗਤ ਉਸ ਤੇ ਖਰਚ ਹੋ ਰਹੀ ਹੈ, ਔਰ 1.5 ਮਹੀਨੇ 'ਚੋਂ ਕੰਮ ਮੁਕੰਮਲ ਹੋ ਜਾਣਾ ਹੈ। ਨੌਜਵਾਨ ਸਾਡੇ ਇਲਾਕੇ ਦੇ ਖਿਡਾਰੀ ਬੱਚਿਆਂ ਨੂੰ ਐਥਲੈਟਿਕਸ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਖੇਡਾਂ ਵਿੱਚ ਉੱਚ ਕੋਟੀ ਦੇ ਖਿਡਾਰੀ ਬਣਨ ਵਾਸਤੇ ਵੱਡੇ ਪੱਧਰ ਤੇ ਫਾਇਦਾ ਹੋਣਾ ਹੈ। ਔਰ ਇਹੀ ਨਹੀਂ, ਇਸ ਤੋਂ ਇਲਾਵਾ ਮੈਂ ਇਹ ਜ਼ਰੂਰ ਸਮਝਦਾ ਜੋ ਬਰਨਾਲੇ ਵਿੱਚ ਅਸੀਂ ਐਸਡੀ ਕਾਲਜ ਦੇ ਅੰਦਰ ਸਾਈ ਦਾ ਸੈਂਟਰ ਖੋਲ੍ਹਿਆ, ਸਪੋਰਟਸ ਅਥਾਰਟੀ ਆਫ ਇੰਡੀਆ ਦਾ ਸੈਂਟਰ ਖੋਲ੍ਹਿਆ, ਕਬੱਡੀ ਦਾ, ਬਾਕਸਿੰਗ ਦਾ, ਬਾਸਕਟਬਾਲ ਦਾ ਤੇ ਕ੍ਰਿਕਟ ਦਾ, ਤਾਂ ਕਿ ਭਾਰਤ ਦੇ ਸਰਕਾਰ ਵੱਲੋਂ ਭੇਜੇ ਗਏ ਕੋਚਾਂ ਦੇ ਰਾਹੀਂ ਨੌਜਵਾਨ ਬੱਚਿਆਂ ਨੂੰ ਵੱਖ-ਵੱਖ ਖੇਡਾਂ ਵਿੱਚ ਉੱਚ ਕੋਟੀ ਦੇ ਖਿਡਾਰੀ ਬਣਨ ਵਾਸਤੇ ਫਾਇਦਾ ਹੋ ਸਕੇ।
ਭਾਰਤ ਸਰਕਾਰ ਡਾਈਟ ਵਾਸਤੇ ਵੀ, ਬੱਚਿਆਂ ਦੇ ਖਾਣ ਵਾਸਤੇ ਵੀ ਪੈਸਾ ਦੇ ਰਹੀ ਹੈ ਤੇ ਬੱਚਿਆਂ ਦੇ ਕਿੱਟਾਂ ਵਾਸਤੇ ਵੀ ਪੈਸਾ ਦੇ ਰਹੀ ਹੈ। ਯੂਥ ਆ ਸਾਡੇ ਜਿਹੜੇ ਨਸ਼ਿਆਂ ਦੇ ਆਦੀ ਹੋ ਚੁੱਕੇ ਸਨ, ਉਹ ਸਪੋਰਟਸ ਕਰਨੇ ਆਉਣਗੇ ਤੇ ਇਹ ਨੌਜਵਾਨ ਜਿਹੜੀ ਪੀੜ੍ਹੀ ਆ ਸਾਡੇ ਜੇ ਖੇਡਾਂ ਦੇ ਪ੍ਰਤੀ ਆਊਗੀ ਤਾਂ ਇਹ ਪੰਜਾਬ ਦਾ ਨਾਂ ਉੱਚਾ ਕਰਨਗੇ, ਚੰਗੇ ਨੌਜਵਾਨ ਰਿਸ਼ਟ ਪੁਸ਼ਟ ਰਹਿਣਗੇ, ਚੰਗੇ ਸਰੀਰਕਮੰਦ ਹੋਣਗੇ, ਸਾਡਾ ਦੇਸ਼ ਦਾ ਨਾਂ ਉੱਚਾ ਕਰਨਗੇ ਔਰ ਅੱਗੇ ਜਾ ਕੇ ਦੇਸ਼ ਦੀ ਨੁਮਾਇੰਦਗੀ ਕਰਨਗੇ। ਲਗਾਤਾਰ 5 ਸਾਲਾਂ ਵਿੱਚ ਜੋ ਵੀ ਮੇਰੇ ਕੋਲੇ ਮੰਗ ਅੱਜ ਤੱਕ ਆਈ ਹੈ, ਚਾਹੇ ਉਹ ਹਜ਼ੂਰ ਸਾਹਿਬ ਦੀ ਗੱਡੀ ਚਲਾਉਣ ਵਾਸਤੇ ਆਈ, ਚਾਹੇ ਉਹ ਦਰਗਾਹ ਅਜਮੇਰ ਸ਼ਰੀਫ ਨੂੰ ਸਾਡੇ ਇਲਾਕੇ ਨਾਲ ਜੋੜਨ ਦੇ ਵਾਸਤੇ ਆਈ, ਚਾਹੇ ਉਹ ਮਥੁਰਾ ਵਰਿੰਦਾਵਨ ਵਾਸਤੇ ਇਲਾਕੇ ਲਈ ਗੱਲ ਆਈ, ਚਾਹੇ ਉਹ ਸੱਚੇ ਸੌਦੇ ਨਾਲ ਜੁੜੀ ਹੋਈ ਸੰਗਤ ਵਾਸਤੇ ਸਰਸੇ ਦੀ ਗੱਲ ਆਈ, ਚਾਹੇ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਗੱਲ ਆਈ ਹੈ, ਚਾਹੇ ਜੈਪੁਰ ਤੋਂ ਉਤਰ ਕੇ ਲੋਕਾਂ ਨੂੰ ਸਾਲਾਸਰ ਜਾਣ ਦੀ ਗੱਲ ਆਈ ਹੈ, ਜਾਂ ਇੱਕ ਨਵੀਂ ਗੱਡੀ ਜਿਹੜੀ ਜੰਮੂ ਤੱਕ ਜਾਂਦੀ ਹੈ ਔਰ ਜਿਹੜੀ ਜਦੋਂ ਕਟਰਾ ਸਟੇਸ਼ਨ ਖੁੱਲੂਗਾ ਕਟਰਾ ਸਟੇਸ਼ਨ ਤੱਕ ਜਾਊਗੀ ਤਾਂ ਕਿ ਲੋਕ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾ ਸਕਣ, ਜਾਂ 5 ਤਖਤਾਂ ਦੀ ਯਾਤਰਾ ਵਾਸਤੇ ਰੇਲ ਗੱਡੀ ਚੱਲੀ ਹੈ। ਸਾਰੀਆਂ ਗੱਲਾਂ ਸਾਡੇ ਇਲਾਕੇ ਵਿੱਚ ਪਿਛਲੇ 5 ਸਾਲਾਂ 'ਚ ਮਨਜ਼ੂਰ ਹੋਈਆਂ ਔਰ ਸਾਡੇ ਲੋਕਾਂ ਨੂੰ ਜਿੱਥੇ ਵੱਡੇ ਪੱਧਰ ਤੇ ਆਪਣੇ ਆਪਣੇ ਧਰਮ ਸਥਾਨਾਂ ਵਾਸਤੇ ਜਾਣ ਲਈ ਸਹੂਲਤ ਮਿਲੀ ਹੈ, ਉਹਦੇ ਨਾਲ ਵੱਡੇ ਪੱਧਰ ਤੇ ਰਾਹਤ ਕਿਰਾਏ ਵਜੋਂ ਮਿਲੀ ਹੈ। ਕਿਉਂਕਿ ਤੁਸੀਂ ਦੇਖੋ, ਜੇ ਬੱਸ ਦੇ ਕਿਰਾਏ ਦੀ ਗੱਲ ਕਰੀਏ ਅਗਰ 100 ਰੁਪਏ ਹੈ ਤਾਂ ਟ੍ਰੇਨ ਦੇ ਵਿੱਚ ਉਹਦੇ ਤਹਿਤ ਬਹੁਤ ਘੱਟ ਪੈਸੇ 10-15 ਰੁਪਏ ਖਰਚ ਹੁੰਦੇ ਆ। ਔਰ ਇਸੇ ਤਰਜੀਹ ਦੇ ਉੱਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਵਪਾਰੀ ਵਰਗ ਦੀ ਜੋ ਮੰਗ ਸੀ, ਅੱਜ ਸ਼ਤਾਬਦੀ ਗੱਡੀ ਜੋ ਸਭ ਤੋਂ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਦਿੱਲੀ ਦੇ ਨਾਲ ਬਾਕੀ ਦੇਸ਼ ਦੇ ਵੱਡੇ ਸ਼ਹਿਰਾਂ ਨੂੰ ਜੁੜਦੀ ਸੀ, ਅੱਜ ਸੰਗਰੂਰ ਤੋਂ ਸ਼ਤਾਬਦੀ ਗੱਡੀ ਦਿੱਲੀ ਵਾਸਤੇ ਚੱਲਣੀ ਸ਼ੁਰੂ ਹੋਈ ਹੈ ਔਰ ਸਾਡੇ ਵਪਾਰੀ ਵਰਗ ਵਾਸਤੇ ਹੋਰ ਕਈ ਟ੍ਰੇਨਾਂ ਦਿੱਲੀ ਵਾਸਤੇ ਜਾਂ ਦੇਸ਼ ਦੇ ਵੱਡੇ ਸ਼ਹਿਰਾਂ ਵਾਸਤੇ ਚੱਲਣੀਆਂ ਸ਼ੁਰੂ ਹੋਈਆਂ। ਸਾਨੂੰ ਬਹੁਤ ਖੁਸ਼ੀ ਹੋਈ ਹੈ, ਬਹੁਤ ਖੁਸ਼ੀ ਹੋਈ ਹੈ। ਅਸੀਂ ਕਦੀ ਤਾਂ ਵੇਖ ਨਹੀਂ ਸੀ ਸਕਣਾ ਹਜੂਰ ਸਾਹਿਬ, ਪਟਨਾ ਸਾਹਿਬ ਜਿਹੜੇ ਹੁਣ ਇਸ ਟ੍ਰੇਨ ਤੇ ਜਾ ਕੇ ਵੇਖ ਸਕਾਂ। ਜਿਹੜੀ ਜੀ ਬਲਜਿੰਦਰ ਜੀ ਨੇ ਹਜੂਰ ਸਾਹਿਬ ਨੂੰ ਟ੍ਰੇਨ ਲਾਈ ਹੈ, ਬਹੁਤ ਵਧੀਆ ਲਾਈ ਹੈ। ਪੰਜੇ ਤਖਤਾਂ ਵਾਸਤੇ ਇਹਨੇ ਬਹੁਤ ਵਧੀਆ ਕੰਮ ਕਰਿਆ। ਨਹੀਂ ਇੱਥੇ ਸੰਗਰੂਰ ਤੋਂ ਤਾਂ ਕੋਈ ਟ੍ਰੇਨ ਹੀ ਨਹੀਂ ਦੀ, ਨਾ ਧੂਰੀ ਤੋਂ ਕੋਈ। ਉਧਰ ਜਾਂਦੇ ਤੇ ਦਿੱਲੀਆਂ ਦੁੱਲੀਆਂ ਕਿੰਨੀ ਰੁਲਦੇ ਖੁੱਲਦੇ ਫਿਰੀ ਜਾਂਦੇ, ਤੇ ਇੱਥੇ ਤਾਂ ਬਹੁਤ ਵਧੀਆ ਘਰ ਦੇ ਬਾਹਰੋਂ ਚੜ੍ਹ ਜਾਂਦੇ ਆ, ਘਰ ਦੇ ਬਾਹਰੋਂ ਆ ਉਤਰਦੇ ਆ। ਬਹੁਤ ਵਧੀਆ ਕਰਿਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। 3 ਜਗ੍ਹਾ ਦੇ ਉੱਪਰ ਰੇਲਵੇ ਫਾਟਕਾਂ ਦੇ ਉੱਪਰ ਜਿਹੜੀ ਬੋਟਲਨੈਕ ਸੀਗੇ ਉਹਨਾਂ ਨੂੰ ਦੂਰ ਕਰਨ ਵਾਸਤੇ ਪੈਸਾ ਮਨਜ਼ੂਰ ਭਾਰਤ ਸਰਕਾਰ ਤੋਂ ਕਰਾਇਆ ਹੈ, ਜਿਨ੍ਹਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ। 32 ਕਰੋੜ ਰੁਪਈਆ ਸੰਗਰੂਰ ਦੇ ਫਾਟਕ ਦੇ ਉੱਪਰ ਬਰਨਾਲਾ ਕੈਂਚੀਆਂ ਵਿੱਚ ਜੋ ਹੈ ਉਹਦੇ ਉੱਪਰ ਫਲਾਈਓਵਰ ਦੀ ਉਸਾਰੀ ਹੋ ਰਹੀ ਹੈ। ਲਹਿਰੇ ਗਾਗੇ ਵਿੱਚ ਅੰਡਰਬ੍ਰਿਜ ਬਣ ਰਿਹਾ 5 ਕਰੋੜ ਦੀ ਲਾਗਤ ਨਾਲ, ਔਰ ਧੂਰੀ ਦੇ ਵਿੱਚ 3 ਕਰੋੜ ਦੀ ਲਾਗਤ ਨਾਲ ਇੱਕ ਛੋਟਾ ਬ੍ਰਿਜ ਆਇਰਨ ਦਾ ਮਨਜ਼ੂਰ ਹੋਇਆ। ਔਰ ਮੈਂ ਇਹ ਜ਼ਰੂਰ ਸਮਝਦਾ ਕਿ ਜਿੱਥੇ ਜਿੱਥੇ ਇਸ ਇਲਾਕੇ ਦੇ ਲੋਕਾਂ ਵਾਸਤੇ ਗੱਲ ਆਈ ਹੈ, ਉਸ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ 250 ਕਿਲੋਮੀਟਰ ਦੀ ਸੜਕ ਪਹਿਲ ਦੇ ਆਧਾਰ ਤੇ ਮਨਜ਼ੂਰ ਹੋਈ, ਔਰ ਜਿਹੜੀ ਕਿ ਸੰਗਰੂਰ ਲੋਕ ਸਭਾ ਹਲਕੇ ਵਾਸਤੇ ਸਭ ਤੋਂ ਵੱਧ ਅਗਰ ਮਨਜ਼ੂਰ ਹੋਈ ਹੈ ਤਾਂ ਸੰਗਰੂਰ ਲੋਕ ਸਭਾ ਹਲਕੇ ਵਿੱਚ ਹੋਈ ਹੈ। ਨੂੰ ਸਾਰੇ ਨੌਜਵਾਨ ਬੱਚਿਆਂ ਨੂੰ, ਇਲਾਕੇ ਦੇ ਲੋਕਾਂ ਨੂੰ ਇਹੀ ਗੱਲ ਦੀ ਮੈਂ ਸਾਂਝ ਕਰਨਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ, ਬੇਨਤੀ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਤੁਸੀਂ ਪਿਛਲੀ ਵਾਰ ਮੇਰੀ ਕਾਰਗੁਜ਼ਾਰੀ ਤੇ, ਮੇਰੀ ਨੁਮਾਇੰਦਗੀ ਤੇ ਵਿਸ਼ਵਾਸ ਤੇ ਉਮੀਦ ਨਾਲ ਮੈਨੂੰ ਵੋਟ ਪਾਈ, ਮੈਂ ਕੋਸ਼ਿਸ਼ ਕੀਤੀ ਹੈ ਕਿ ਇਮਾਨਦਾਰੀ ਨਾਲ, ਸਚਾਈ ਨਾਲ, ਮਿਹਨਤ ਨਾਲ ਲੋਕਾਂ ਨੂੰ ਆਪਣਾ ਪਰਿਵਾਰ ਸਮਝ ਕੇ ਮੈਂ ਇਲਾਕੇ ਦੀ ਸੇਵਾ ਕੀਤੀ ਹੈ ਔਰ ਕੱਲੀ ਜਗ੍ਹਾ ਤੇ ਜਾ ਕੇ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰ ਕਰਾਉਣ ਵਾਸਤੇ ਉਪਰਾਲਾ ਕੀਤਾ ਹੈ। ਚਾਹੇ ਕਲਰਕ ਦਾ ਕਮਰਾ ਸੀ, ਚਾਹੇ ਅਫਸਰ ਦਾ ਕਮਰਾ ਸੀ, ਚਾਹੇ ਮੰਤਰੀ ਦਾ ਕਮਰਾ ਸੀ, ਕਦੇ ਆਪਣੇ ਇਲਾਕੇ ਦੇ ਵਾਸਤੇ ਕਿਸੇ ਕੋਲ ਜਾ ਕੇ ਮੰਗਣ ਵਾਸਤੇ ਕਦੇ ਸੰਕੋਚ ਨਹੀਂ ਕੀਤਾ, ਝੋਲੀ ਅੱਡ ਕੇ ਮੰਗ ਕੇ ਲਿਆਂਦਾ ਹੈ। ਇਲਾਕੇ ਦੇ ਵਿੱਚ ਚੋਣਾਂ ਆ ਰਹੀਆਂ, 30 ਅਪ੍ਰੈਲ ਨੂੰ ਵੋਟਾਂ ਪੈਣੀਆਂ। ਮੈਂ ਸੰਗਤ ਨੂੰ ਇਹੀ ਕਹਿਣਾ ਚਾਹੁੰਦਾ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਸਾਨੂੰ ਰੋਜ਼ਗਾਰ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਔਰ ਮੈਂ ਸਾਰੇ ਸੰਗਤ ਨੂੰ, ਸਾਰੇ ਨੌਜਵਾਨ ਬੱਚਿਆਂ ਨੂੰ ਇਸ ਗੱਲ ਦਾ ਵਾਅਦਾ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਾਂ ਹਸਪਤਾਲ ਮਨਜ਼ੂਰ ਕਰਾਇਆ ਹੈ, ਨਵੀਆਂ ਰੇਲ ਗੱਡੀਆਂ ਆਪਣੇ ਇਲਾਕੇ 'ਚੋਂ ਚਲਾਉਣ ਵਾਸਤੇ ਮਨਜ਼ੂਰ ਕਰਾਈਆਂ, ਖੇਡਾਂ ਦਾ ਸਟੇਡੀਅਮ ਦੇ ਵਿੱਚ ਟਰੈਕ ਲੱਗ ਰਿਹਾ ਤੇ ਖੇਡਾਂ ਦਾ ਇੱਕ ਸੈਂਟਰ ਖੁੱਲ੍ਹਿਆ ਬਰਨਾਲੇ ਵਿੱਚ, ਰੇਲਵੇ ਫਾਟਕਾਂ ਦੇ ਉੱਪਰ ਪੁਲਾਂ ਦੀ ਉਸਾਰੀ ਹੋ ਰਹੀ ਹੈ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਾ ਪੈਸਾ ਆਇਆ ਹੈ, ਰੇਲਵੇ ਸਟੇਸ਼ਨਾਂ ਦੇ ਉੱਪਰ 7 ਰੇਲਵੇ ਸਟੇਸ਼ਨ ਹੈ, ਕੱਲਾ ਰੇਲਵੇ ਸਟੇਸ਼ਨ ਆਦਰਸ਼ ਰੇਲਵੇ ਸਟੇਸ਼ਨ ਬਣ ਕੇ ਸਾਡੇ ਸਾਹਮਣੇ ਆਇਆ। ਉਸੇ ਤਰਜੀਹ ਦੇ ਉੱਪਰ ਆਪਾਂ ਇੱਕ ਵੱਡਾ ਕਾਰਖਾਨਾ ਆਪਣੇ ਇਲਾਕੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਸਾਡੇ ਇਲਾਕੇ ਦੇ ਬੱਚੇ ਤਰੱਕੀ ਕਰ ਸਕਣ, ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ, ਇਲਾਕਾ ਅੱਗੇ ਵੱਧ ਸਕੇ। ਔਰ ਮੈਂ ਅੰਤ ਵਿੱਚ ਸਾਰੇ ਸੰਗਰੂਰ ਲੋਕ ਸਭਾ ਹਲਕੇ ਦੇ ਆਪਣੇ ਵੋਟਰਾਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੀਆਂ ਭੈਣਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਵਿਜੇਂਦਰ ਸਿੰਗਲਾ ਨੇ ਪਿਛਲੇ 5 ਸਾਲ ਤੋਂ ਇਲਾਕੇ ਦੀ ਸੇਵਾ ਕੀਤੀ ਹੈ ਔਰ ਮੈਂ ਆਉਣ ਵਾਲੇ 5 ਸਾਲ ਵੀ ਉਸੇ ਤਰੀਕੇ ਨਾਲ ਆਪਣੇ ਸਰੀਰ ਦੇ ਵਿੱਚ, ਜੋ ਵੀ ਮੇਰੇ ਸਰੀਰ ਦੇ ਵਿੱਚ ਇੱਕ ਵੀ ਕੋਈ ਖੂਨ ਦਾ ਕਤਰਾ ਹੈ, ਉਹ ਲੋਕਾਂ ਦੀ ਸੇਵਾ ਵਾਸਤੇ, ਇਲਾਕੇ ਦੀ ਤਰੱਕੀ ਵਾਸਤੇ ਨਿਛਾਵਰ ਕਰ ਦੂੰਗਾ। ਔਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਅੱਜ ਇਹ ਜਿਹੜੀ ਇਹ ਚੋਣ ਹੈ, ਇਸ ਨੂੰ ਤੁਸੀਂ ਆਪਣੀ ਚੋਣ ਸਮਝੋ,
ਤੁਸੀਂ ਆਪਣੇ ਆਪ ਨੂੰ ਵਿਜੇਂਦਰ ਸਿੰਗਲਾ ਸਮਝ ਕੇ ਚੋਣ ਲੜੋ, ਔਰ ਜੇ ਤੁਸੀਂ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਇਸ ਲੜਾਈ ਦੇ ਵਿੱਚ ਤੁਸੀਂ ਉਤਰ ਗਏ ਤਾਂ ਮੈਂ ਸਮਝਦਾ ਤੁਹਾਡੇ ਆਸ਼ੀਰਵਾਦ ਤੋਂ ਬਿਨਾ ਆਪਾਂ ਇਸ ਚੋਣ ਨੂੰ ਆਪਾਂ ਨੂੰ ਕੋਈ ਬੰਦਾ ਸਿਰੇ ਚੜਾਉਣ ਤੋਂ ਰੋਕ ਨਹੀਂ ਸਕਦਾ। 5 ਸਾਲ 24 ਘੰਟੇ ਮੈਂ ਲੋਕਾਂ ਵਾਸਤੇ ਸੇਵਾ ਵਿੱਚ ਹਾਜ਼ਰ ਰਿਹਾ, ਔਰ ਮੈਂ ਇਹ ਵਾਅਦਾ ਕਰਦਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਲੋਕਾਂ ਵਾਸਤੇ ਹਾਜ਼ਰ ਰਹਾਂਗਾ। ਨਾਲ ਕੀਤੀ ਹੈ, ਸੱਚਾਈ ਨਾਲ ਕੀਤੀ ਹੈ, ਲੋਕਾਂ ਦੇ ਵਿੱਚ ਰਹਿ ਕੇ ਕੀਤੀ ਹੈ। ਜਦੋਂ ਵੀ ਕਿਸੇ ਨੇ ਮੈਨੂੰ ਕਿਸੇ ਗੱਲ ਵਾਸਤੇ ਯਾਦ ਕੀਤਾ ਹੈ, ਮੈਂ ਕੋਸ਼ਿਸ਼ ਕੀਤੀ ਹੈ ਉਹਦੇ ਦੁੱਖ ਦੇ ਵਿੱਚ, ਸੁੱਖ ਦੇ ਵਿੱਚ, ਸਮਾਜਿਕ ਸੰਸਥਾਵਾਂ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਦੀ। ਔਰ ਜਿੱਥੇ ਤੱਕ ਗਰੀਬ ਲੋਕਾਂ ਦੇ ਸਸਤੇ ਇਲਾਜ ਦੀ ਗੱਲ ਹੈ, ਪੀਜੀਆਈ ਵਾਸਤੇ ਜੋ ਵੀ ਮੈਨੂੰ ਕਦੇ ਅੱਜ ਤੱਕ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਉਸ ਦੇ ਉੱਪਰ ਵੀ ਵੱਡੇ ਪੱਧਰ ਤੇ ਇਲਾਕੇ ਦੇ ਲੋਕਾਂ ਵਾਸਤੇ ਕੰਮ ਕੀਤਾ ਹੈ। ਜਿੱਥੇ ਤੱਕ ਪ੍ਰਧਾਨ ਮੰਤਰੀ ਦੇ ਕੋਟੇ ਦੇ ਵਿੱਚੋਂ ਇਲਾਜ ਵਾਸਤੇ ਪੈਸਿਆਂ ਦੀ ਵੱਖ-ਵੱਖ ਬਿਮਾਰੀਆਂ ਵਾਸਤੇ ਸਹੂਲਤ ਦੀ ਲੋੜ ਸੀ, ਆਪਣੇ ਇਲਾਕੇ ਦੇ ਅੰਦਾਜ਼ਨ 300 ਲੋਕਾਂ ਦਾ ਮੈਂ ਇਲਾਜ, ਚਾਹੇ ਦਿਲ ਦੀ ਬਿਮਾਰੀ ਦਾ ਹੋਵੇ, ਚਾਹੇ ਕੈਂਸਰ ਦੀ ਬਿਮਾਰੀ ਦਾ ਹੋਵੇ, ਜਾਂ ਹੋਰ ਵੀ ਕਿਸੇ ਵੱਡੀ ਬਿਮਾਰੀ ਨਾਲ ਜੁੜਨ ਵਾਸਤੇ ਹੋਵੇ, 300 ਲੋਕਾਂ ਨੂੰ ਮਾਲੀ ਮਦਦ ਦੀ ਰਾਹਤ ਪ੍ਰਧਾਨ ਮੰਤਰੀ ਸਾਹਿਬ ਦੇ ਕੋਟੇ 'ਚੋਂ ਦਵਾਈ ਹੈ। ਵਿਜੇਂਦਰ ਸਿੰਗਲਾ ਇੱਕ ਵਧੀਆ ਐਮਪੀ ਆ, ਨੌਜਵਾਨ ਐਮਪੀ ਆ। ਇਹਨੇ ਨੌਜਵਾਨ ਮੁੰਡਿਆਂ ਦਾ ਨਸ਼ਿਆਂ ਕਨੀਓ ਧਿਆਨ ਹਟਾ ਕੇ ਖੇਡਾਂ ਵੱਲ ਧਿਆਨ ਦਿੱਤਾ ਤੇ ਹਰ ਇੱਕ ਪਿੰਡ ਵਿੱਚ ਜਿਮ ਕਿਟਾਂ ਵੰਡੀਆਂ, ਖੇਡ ਕਿਟਾਂ ਵੰਡੀਆਂ ਤੇ ਸਟੇਡੀਅਮ ਬਣਾਏ ਤੇ ਇਹ ਵਧੀਆ ਐਮਪੀ ਨੇ ਤੇ ਇਹਨੇ ਨੌਜਵਾਨਾਂ ਵੱਲ ਵਧੀਆ ਧਿਆਨ ਦਿੱਤਾ ਅਤੇ ਅੱਗੇ ਵਾਸਤੇ ਮੈਂ ਆਸ ਕਰਦਾ ਵੀ ਇਸ ਤਰ੍ਹਾਂ ਇਹੀ ਨੌਜਵਾਨਾਂ ਦੇ ਨਾਲ ਸਾਥ ਦੇਣਗੇ। ਬਾਈ ਸਿੰਗਲੇ ਦਾ ਮਲਾਈ ਵਰਗੇ ਸੜਕਾਂ ਬਣਾਦੇ ਆ, ਸਵਾਦ ਹੀ ਲਿਆਤਾ। ਵਿਜੇਂਦਰ ਸਿੰਗਲਾ ਜੀ ਨੇ ਤਾਂ ਸਾਡੇ ਏਰੀਏ ਨੂੰ ਭਾਗ ਲਾ ਤੇ ਨਾ ਤਾਂ ਕੋਈ ਐਮਪੀ ਪਹਿਲਾਂ ਕੰਮ ਇਹਨੇ ਕਰ ਸਕਿਆ, ਨਾ ਅੱਗੇ ਤੋਂ ਕਰ ਸਕੇਗਾ। ਸਿਰਫ ਵਿਜੇਂਦਰ ਸਿੰਗਲਾ ਹੀ ਆ ਜਿਹਨੇ ਇਤਨੇ ਵੱਡੇ ਕੰਮ ਸਾਡੇ ਏਰੀਏ ਦੇ ਕੀਤੇ ਨੇ। ਮੇਰੀ 55 ਸਾਲ ਦੀ ਉਮਰ ਹੋ ਗਈ, ਮੈਨੂੰ ਵੀ ਪਤਾ ਨਹੀਂ ਸੀ ਵੀ ਇਹ ਐਮਪੀ ਇਤਨੇ ਵੱਡੇ ਕੰਮ ਕਰ ਸਕਦਾ ਹੈਗਾ। ਔਰ ਮੈਂ ਇਸ ਗੱਲ ਨੂੰ ਲੋਕਾਂ ਨਾਲ ਮੈਂ ਵਾਅਦਾ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਇਲਾਕੇ 'ਚ ਪਾਣੀ ਦੀ ਕਮੀ ਸੀ, 7 ਬੋਰ ਅਸੀਂ 1200 1300 ਫੁੱਟ ਦੇ ਉੱਪਰ ਮਿਨਿਸਟਰੀ ਆਫ ਵਾਟਰ ਰਿਸੋਰਸਿਸ ਦੇ ਤਹਿਤ ਕਰਵਾਏ ਹੈ, ਜਿਹਦੇ ਵਿੱਚ 45 ਲੱਖ ਰੁਪਈਆ ਮੈਂ ਆਪਣੇ ਐਮਪੀ ਕੋਠੇ 'ਚ ਲਾ ਕੇ ਉੱਥੇ ਮੋਟਰਾਂ ਪਾ ਕੇ ਲੋਕਾਂ ਨੂੰ ਪਾਣੀ ਦੀ ਸਹੂਲਤ ਦਿੱਤੀ ਹੈ। ਚਾਹੇ ਉਹ ਲਹਿਰਾ ਗਾਗਾ ਹੋਵੇ, ਚਾਹੇ ਉਹ ਖਨੌਰੀ ਹੋਵੇ, ਚਾਹੇ ਉਹ ਚੀਮਾ ਹੋਵੇ, ਚਾਹੇ ਉਹ ਸੰਗਰੂਰ ਹੋਵੇ, ਚਾਹੇ ਉਹ ਤਪਾ ਹੋਵੇ ਤੇ ਚਾਹੇ ਉਹ ਧਨੌਲਾ ਹੋਵੇ, ਹਰ ਜਗ੍ਹਾ ਦੇ ਉੱਪਰ ਪਾਣੀ ਦੀ ਸਾਫ਼ ਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਜੋ ਸਹੂਲਤ ਇਹ 7 ਜਗ੍ਹਾ ਦੇ ਉੱਪਰ ਕਰਾਈ ਹੈ। ਉਹਦੇ ਵਾਸਤੇ ਵੀ ਭਾਰਤ ਸਰਕਾਰ ਨੇ 1.5 ਤੋਂ ਲੈ ਕੇ 2 ਕਰੋੜ ਰੁਪਏ ਖਰਚ ਕੀਤਾ ਹੈ ਔਰ 45 ਲੱਖ ਰੁਪਈਆ ਮੈਂ ਆਪਣੇ ਐਮਪੀ ਲੈਡ ਚੋਂ ਉਸ ਪ੍ਰੋਜੈਕਟਾਂ ਵਾਸਤੇ ਦਿੱਤਾ ਹੈ, ਤਾਂ ਕਿ ਇਸ ਇਲਾਕੇ ਦੇ ਵਿੱਚ ਜੋ ਪਾਣੀ ਪੀਣ ਵਾਲੇ ਪਾਣੀ ਦੀ ਜੋ ਸਮੱਸਿਆ ਸੀ ਉਹਨਾਂ ਨੂੰ ਵੀ ਦੂਰ ਕੀਤਾ ਜਾ ਸਕੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਗੱਲਾਂ ਇਲਾਕੇ ਵਾਸਤੇ ਹੋਣ ਵਾਲੀਆਂ, ਜਿਹੜੀਆਂ ਇਲਾਕੇ ਦੇ ਵਿੱਚ ਹੋਰ ਲੋਕਾਂ ਦੀ ਉਮੀਦ ਮੇਰੇ ਉੱਪਰ ਹੈ, ਉਹ ਮੈਂ ਵਾਅਦਾ ਕਰਨਾ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਪੂਰਾ ਕਰਕੇ ਲੋਕਾਂ ਦੇ ਚਰਨਾਂ 'ਚ। ਵਿਜੇਂਦਰ ਸਿੰਗਲੇ ਨੇ ਜੀ ਸਾਡੀ ਬੱਲੇ ਬੱਲੇ ਕਰਾਤੀ ਜੀ ਸਾਰੇ ਕੰਮਾਂ 'ਚ ਹੀ, ਤੇ ਅੱਗੇ ਵੀ ਅਸੀਂ ਉਹਨਾਂ ਨੂੰ ਇਹ ਵੋਟ ਪਾ ਕੇ ਉਹਨਾਂ ਨੂੰ ਇਹ ਕਾਮਯਾਬ ਬਣਾਵਾਂਗੇ ਜੀ। ਅੱਗੇ ਵੀ ਉਹ ਸਾਡੇ ਕੰਮ ਇਸੇ ਤਰ੍ਹਾਂ ਕਰਾਉਂਦੇ ਰਹਿਣ ਜੀ। ਮੈਨੂੰ ਇੰਨੀ ਖੁਸ਼ੀ ਹੋਈ ਹੈ ਜੀ, ਜਿਹੜੀ ਸਾਡੀ ਸਿੰਗਲਾ ਸਾਹਿਬ ਨੇ ਸਾਡੇ ਸਿਰ ਤੇ ਹੱਥ ਰੱਖਿਆ, ਸਾਨੂੰ ਕਾਮਯਾਬ ਬਣਾਇਆ, ਬਹੁਤ ਵਧੀਆ ਬਣਾਇਆ। ਅਸੀਂ ਵੋਟਾਂ ਗੱਜ ਵੱਜ ਕੇ ਪਾਵਾਂਗੇ, ਗੱਜ ਵੱਜ ਕੇ ਪਾਵਾਂਗੇ, ਲਲਕਾਰ ਕੇ ਪਾਵਾਂਗੇ।